ਸਤਿ ਸ੍ਰੀ ਅਕਾਲ, ਸਵਾਗਤ ਹੈ। गौरव शुक्ला मैं हाँ तुहाडे नाल। इस बुलेटिन का आगाज करन जा रहे हैं। ਅਸੀਂ ਤੁਹਾਨੂੰ कोरोना ਦੇ ਨਾਲ जुड़िया हर एक अपडेट देवांगे ਤੇ शुरुआत करांगे कि देश ਦੇ ਵਿੱਚ ਇਸ ਸਮੇਂ ਕੀ ਕੁਝ ਹਾਲਾਤ ਨੇ। ਭਾਰਤ ਦੇ ਵਿੱਚ ਕਾਤਲ कोरोना ਦਾ ਜ਼ਬਰਦਸਤ ਕਹਿਰ ਨਜ਼ਰ ਆ ਰਿਹਾ ਹੈ। 24 ਘੰਟੇ ਦੇ ਵਿੱਚ कोरोना ਦੇ ਨਾਲ ਕਰੀਬ 1100 ਲੋਕਾਂ ਦੀ ਮੌਤ ਹੋ ਗਈ ਤੇ 24 ਘੰਟੇ ਦੇ ਵਿੱਚ कोरोना ਦੇ 64531 ਨਵੇਂ ਮਾਮਲੇ ਸਾਹਮਣੇ ਆਏ ਨੇ। देश ਦੇ ਵਿੱਚ ਕੁੱਲ 27,67,274 ਕੇਸ ਹੋ ਚੁੱਕੇ ਨੇ। ਹੁਣ ਤੱਕ 52,899 ਲੋਕਾਂ ਦੀ ਮੌਤ ਹੋਈ ਹੈ। देश 74% ਦੇ ਕਰੀਬ ਰਿਕਵਰੀ ਰੇਟ ਵੀ ਪਹੁੰਚਿਆ ਹੈ। ਹੁਣ ਤੱਕ 20,37,871 ਮਰੀਜ਼ ਰਿਕਵਰ ਹੋਏ ਨੇ। ਦੇਸ਼ ਦੇ ਵਿੱਚ ਇਹ ਵੀ ਤੁਹਾਨੂੰ ਦੱਸ ਦਈਏ ਕਿ ਕਰੀਬ 7 ਲੱਖ ਹੁਣ ਵੀ ਐਕਟਿਵ ਕੇਸ ਹੈਗੇ ਨੇ। ਪੂਰੇ ਦੇਸ਼ ਦਾ ਅੰਕੜਾ ਤੁਹਾਡੇ ਸਾਹਮਣੇ ਹੈ। ਹੁਣ ਅੱਗੇ ਵਧਦੇ ਹਾਂ ਤੇ ਦਿਖਾਵਾਂਗੇ ਕਿ ਐਗਜ਼ੈਕਟ ਅੰਕੜੇ ਇਸ ਸਮੇਂ ਪੂਰੇ ਦੇਸ਼ ਦੇ ਵਿੱਚ ਕਿੰਨੇ ਨੇ। ਗ੍ਰਾਫਿਕਸ ਦੇ ਜ਼ਰੀਏ ਉਹ ਤੁਹਾਨੂੰ ਦਿਖਾ ਰਹੇ ਹਾਂ। 27,67,274 ਕੇਸ ਗ੍ਰਾਫਿਕ ਤੁਹਾਡੇ ਸਾਹਮਣੇ ਆਏਗਾ ਕੁਝ ਹੀ ਪਲਾਂ ਦੇ ਵਿੱਚ। 27,67,274 ਮਾਮਲੇ, ਉਹਨਾਂ ਦੇ ਵਿੱਚੋਂ 20,37,871 ਲੋਕ ਠੀਕ ਹੋਏ ਨੇ, ਜਦਕਿ 6,76,514 ਇਸ ਸਮੇਂ ਐਕਟਿਵ ਕੇਸ ਹੈਗੇ ਨੇ। ਮੌਤਾਂ ਦੀ ਗੱਲ ਕਰੀਏ ਤਾਂ ਗਿਣਤੀ ਬਹੁਤ ਜ਼ਿਆਦਾ ਵੱਧਦੀ ਹੋਈ 52,899 ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਦੇ ਨਾਲ ਦੇਸ਼ ਦੇ ਵਿੱਚ ਹੋ ਚੁੱਕੀ ਹੈ। ਪਿਛਲੇ 3 ਦਿਨਾਂ 'ਚ ਕਿੰਨੇ ਕੇਸ ਆਏ ਨੇ ਉਹ ਤੁਹਾਨੂੰ ਦਿਖਾਉਂਦੇ ਹਾਂ। 18 ਅਗਸਤ 17 ਤੇ 16 ਅਗਸਤ ਪਿਛਲੇ 3 ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਰਫ਼ਤਾਰ ਨਜ਼ਰ ਆ ਰਹੀ ਹੈ। 16 ਤੋਂ ਬਾਅਦ 17 ਅਗਸਤ ਨੂੰ ਲੱਗਿਆ ਸੀ ਕਿ ਹੁਣ ਮੋੜ ਪੈਣਾ ਸ਼ੁਰੂ ਹੋ ਗਿਆ ਹੈ, ਪਰ ਇੱਕ ਵਾਰ ਫਿਰ ਤੋਂ 18 ਅਗਸਤ ਆਉਂਦੇ ਮਾਮਲੇ ਬਹੁਤ ਵੱਧ ਚੁੱਕੇ ਨੇ। 64,531 ਮਾਮਲੇ ਪਿਛਲੇ 24 ਘੰਟਿਆਂ ਦੇ ਵਿੱਚ ਰਿਪੋਰਟ ਕੀਤੇ ਗਏ ਨੇ। 17 ਅਗਸਤ ਨੂੰ 55,079 ਜਦਕਿ 57,982 16 ਅਗਸਤ ਨੂੰ ਮਾਮਲੇ ਰਿਪੋਰਟ ਕੀਤੇ ਗਏ ਸੀ। ਇਹ ਨਵੇਂ ਮਾਮਲਿਆਂ ਦਾ ਜ਼ਿਕਰ ਹੋਇਆ ਤੇ ਹੁਣ ਗੱਲ ਮੌਤਾਂ ਦੀ ਗਿਣਤੀ ਦੀ ਜੋ ਵੱਧਦੀ ਨਜ਼ਰ ਆ ਰਹੀ ਹੈ। 18 ਅਗਸਤ ਯਾਨੀ ਕਿ ਪਿਛਲੇ 24 ਘੰਟਿਆਂ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਨੇ ਦੇਸ਼ ਭਰ ਦੇ ਵਿੱਚ ਕੋਰੋਨਾ ਦੀ ਵਜ੍ਹਾ ਨਾਲ। ਜਿਹੜੇ ਲੋਕਾਂ ਨੂੰ ਕੋਰੋਨਾ ਸੀ ਤੇ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ 1092। ਇਹ ਵੱਡਾ ਅੰਕੜਾ ਇੱਕ ਵਾਰ ਫਿਰ ਤੋਂ ਨਿਕਲ ਕੇ ਸਾਹਮਣੇ ਆਇਆ। ਕਰੀਬ 1100 ਲੋਕਾਂ ਦੀ ਮੌਤ ਹੋ ਗਈ ਪਿਛਲੇ 24 ਘੰਟੇ, ਜਦਕਿ ਇੱਕ ਦਿਨ ਪਹਿਲਾਂ ਇਹ 876 ਸੀ ਅੰਕੜਾ। ਉਸ ਤੋਂ ਇੱਕ ਦਿਨ ਪਹਿਲਾਂ 941 ਦਾ ਸੀ। ਯਾਨੀ ਕਿ ਪਹਿਲਾਂ ਲੱਗ ਰਿਹਾ ਸੀ ਕਿ ਮੋੜ ਪਏਗਾ ਕੇਸਿਸ ਦੀ ਤਰ੍ਹਾਂ, ਪਰ ਇੱਕ ਵਾਰ ਫਿਰ ਤੋਂ ਜੰਪ ਮੌਤਾਂ ਦੇ ਅੰਕੜੇ ਦੇ ਵਿੱਚ ਵੀ ਦੇਸ਼ ਭਰ ਦੇ ਵਿੱਚ ਹੁੰਦਾ ਹੋਇਆ ਨਜ਼ਰ ਆਇਆ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਪੰਜਾਬ ਦੀ ਕਰਾਂਗੇ। ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ 3 ਜ਼ਿਲ੍ਹੇ ਕਿਹੜੇ ਨੇ ਉਹ ਤੁਹਾਨੂੰ ਦਿਖਾਉਂਦੇ ਹਾਂ। ਲੁਧਿਆਣਾ, ਜਲੰਧਰ ਤੇ ਪਟਿਆਲਾ, ਇਹ 3 ਜ਼ਿਲ੍ਹੇ ਨੇ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ। ਲੁਧਿਆਣਾ ਦੇ ਵਿੱਚ ਤਾਂ ਰਫ਼ਤਾਰ ਬੇਲਗਾਮ ਹੋ ਚੁੱਕੀ ਹੈ 7577, ਜਲੰਧਰ ਦੇ ਵਿੱਚ 4582, ਪਟਿਆਲਾ ਦੇ ਵਿੱਚ 4135 ਇਹ ਕੇਸਿਸ ਇੱਥੇ ਹੈਗੇ ਨੇ। ਇੱਕ ਜ਼ਿਲ੍ਹੇ ਦਾ ਵੀ ਹਾਲ ਤੁਹਾਡੇ ਤੱਕ ਪਹੁੰਚਾਵਾਂਗੇ। ਸ਼ੁਰੂਆਤ ਲੁਧਿਆਣਾ ਤੋਂ। ਲੁਧਿਆਣਾ ਦੇ ਵਿੱਚ 7,577 ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਨੇ। ਇਹਨਾਂ ਦੇ ਵਿੱਚੋਂ ਮੈਪ ਦੇ ਜ਼ਰੀਏ ਦਿਖਾਵਾਂਗੇ 4,761 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ, ਜਦਕਿ 264 ਲੋਕਾਂ ਦੀ ਮੌਤ ਲੁਧਿਆਣਾ ਦੇ ਵਿੱਚ ਵੀ ਹੁਣ ਤੱਕ ਹੋ ਚੁੱਕੀ ਹੈ। ਮੈਪ ਦੇ ਜ਼ਰੀਏ ਤੁਹਾਨੂੰ ਦਿਖਾਵਾਂਗੇ ਪੂਰੇ ਲੁਧਿਆਣਾ ਦਾ ਹਾਲ। ਇਹ ਵੀ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਇਸ ਸਮੇਂ 2552 ਮਾਮਲੇ ਐਕਟਿਵ ਕੇਸ ਹੈਗੇ ਨੇ। ਲੁਧਿਆਣਾ ਦਾ ਪੂਰਾ ਹਾਲ ਤੁਹਾਡੇ ਸਾਹਮਣੇ। ਅੱਗੇ ਵਧਦੇ ਹਾਂ ਤੇ ਗੱਲ ਜਲੰਧਰ ਦੀ। ਜਲੰਧਰ ਨੂੰ ਲੈ ਕੇ ਇਸ ਸਮੇਂ ਇੱਕ ਵੱਡੀ ਖਬਰ ਉਹ ਦਿਖਾਉਂਦੇ ਹਾਂ। ਜਲੰਧਰ ਦੇ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਦੇ 192 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ ਜਲੰਧਰ ਦੇ ਵਿੱਚ। ਵੱਡੀ ਖਬਰ ਜਲੰਧਰ ਨੂੰ ਲੈ ਕੇ ਵੀ ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਇੱਕ ਮਰੀਜ਼ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਤੇ 4500 ਤੋਂ ਪਾਰ ਕੋਰੋਨਾ ਮਰੀਜ਼ਾਂ ਦਾ ਅੰਕੜਾ ਜਲੰਧਰ ਦੇ ਵਿੱਚ ਪਹੁੰਚ ਚੁੱਕਿਆ ਹੈ। ਪੂਰੇ ਮੈਪ ਦੇ ਜ਼ਰੀਏ ਐਗਜ਼ੈਕਟ ਅੰਕੜੇ ਕਿੰਨੇ ਨੇ ਜਲੰਧਰ ਦੇ ਵਿੱਚ ਉਹ ਤੁਹਾਨੂੰ ਦਿਖਾਉਂਦੇ ਹਾਂ। ਜਲੰਧਰ ਦੇ ਵਿੱਚ 4582 ਇਸ ਸਮੇਂ ਹੈਗੇ ਨੇ ਟੋਟਲ ਅੰਕੜੇ। ਇਹਨਾਂ ਦੇ ਵਿੱਚੋਂ 2762 ਲੋਕ ਠੀਕ ਹੋ ਚੁੱਕੇ ਨੇ, 114 ਲੋਕਾਂ ਦੀ ਮੌਤ ਹੋਈ ਹੈ, ਜਦਕਿ ਐਕਟਿਵ ਕੇਸ ਹੈਗੇ ਨੇ 1707। ਪਟਿਆਲਾ ਦਾ ਰੁਖ ਕਰਦੇ ਹਾਂ। ਪਟਿਆਲਾ 'ਚ ਕੀ ਹਾਲ ਹੈ? ਪੋਜ਼ਿਟਿਵ ਮਾਮਲੇ ਪਟਿਆਲਾ 'ਚ ਹੈਗੇ ਨੇ 4135। ਇਹਨਾਂ ਦੇ ਵਿੱਚੋਂ 2522 ਲੋਕ ਠੀਕ ਹੋਏ ਨੇ, 87 ਲੋਕਾਂ ਦੀ ਮੌਤ ਹੋਈ ਹੈ, ਜਦਕਿ 1526 ਐਕਟਿਵ ਕੇਸ ਹੁਣ ਵੀ ਹੈਗੇ ਨੇ। ਅਸੀਂ ਜ਼ਿਕਰ ਕੀਤਾ ਪਟਿਆਲਾ ਦਾ। ਪਟਿਆਲਾ ਤੋਂ ਬਾਅਦ ਅਗਲੇ ਜ਼ਿਲ੍ਹੇ ਦਾ ਰੁਖ ਕਰਦੇ ਹਾਂ। ਅੰਮ੍ਰਿਤਸਰ ਦੇ ਵਿੱਚ ਕੇਸਿਸ ਵੱਧ ਕੇ ਹੋ ਚੁੱਕੇ ਨੇ 2900 ਦੇ ਵਿੱਚੋਂ 2273 ਲੋਕ ਠੀਕ ਹੋ ਗਏ ਨੇ, 115 ਲੋਕਾਂ ਦੀ ਮੌਤ ਹੋ ਗਈ ਹੈ, 511 ਐਕਟਿਵ ਕੇਸ ਅੰਮ੍ਰਿਤਸਰ ਦੇ ਵਿੱਚ ਹੁਣ ਵੀ ਹੈਗੇ ਨੇ। ਅੰਮ੍ਰਿਤਸਰ ਤੋਂ ਬਾਅਦ ਅੱਗੇ ਵਧਦੇ ਹਾਂ ਤੇ ਗੱਲ ਅਸੀਂ ਕਰਾਂਗੇ ਸੰਗਰੂਰ ਦੀ। ਸੰਗਰੂਰ 'ਚ 1600 ਦੇ ਨੇੜੇ ਪਹੁੰਚ ਚੁੱਕੇ ਨੇ ਮਾਮਲੇ। 1597 ਹੁਣ ਤੱਕ ਟੋਟਲ ਕੇਸਿਸ ਰਿਪੋਰਟ ਕੀਤੇ ਗਏ ਨੇ। 1258 ਲੋਕ ਠੀਕ ਹੋ ਗਏ, 279 ਇਸ ਸਮੇਂ ਐਕਟਿਵ ਕੇਸ ਨੇ, ਜਦਕਿ 60 ਲੋਕਾਂ ਦੀ ਮੌਤ ਸੰਗਰੂਰ ਜ਼ਿਲ੍ਹੇ 'ਚ ਹੋ ਚੁੱਕੀ ਹੈ। ਗੁਰਦਾਸਪੁਰ ਦਾ ਰੁਖ ਕਰਦੇ ਹਾਂ। ਗੁਰਦਾਸਪੁਰ 'ਚ ਕੀ ਹਾਲ ਹੈ? ਗੁਰਦਾਸਪੁਰ 'ਚ ਪੋਜ਼ਿਟਿਵ ਮਾਮਲੇ ਹੁਣ ਤੱਕ ਜਿਹੜੇ ਰਿਪੋਰਟ ਕੀਤੇ ਗਏ ਨੇ ਉਹ ਹੈਗੇ ਨੇ 1236। ਇਹਨਾਂ ਦੇ ਵਿੱਚੋਂ 884 ਲੋਕ ਠੀਕ ਹੋਏ ਨੇ, ਜਦਕਿ 32 ਲੋਕਾਂ ਦੀ ਮੌਤ ਹੋਈ ਹੈ। ਐਕਟਿਵ ਕੇਸ ਹੈਗੇ ਨੇ 298। ਅੱਗੇ ਵਧਦੇ ਹਾਂ ਤੇ ਹੁਣ ਗੱਲ ਫਿਰੋਜ਼ਪੁਰ ਦੀ ਕਰਾਂਗੇ। ਫਿਰੋਜ਼ਪੁਰ 'ਚ ਕੀ ਹਾਲ ਹੈ? ਫਿਰੋਜ਼ਪੁਰ ਦੇ ਵਿੱਚ ਪੋਜ਼ਿਟਿਵ ਮਾਮਲੇ ਹੈਗੇ ਨੇ 1165। ਉਹਨਾਂ ਦੇ ਵਿੱਚੋਂ 485 ਲੋਕ ਠੀਕ ਹੋ ਗਏ ਨੇ, 18 ਲੋਕਾਂ ਦੀ ਮੌਤ ਹੋਈ ਹੈ। ਫਿਰੋਜ਼ਪੁਰ ਦੇ ਵਿੱਚ 662 ਹੁਣ ਵੀ ਐਕਟਿਵ ਕੇਸ ਹੈਗੇ ਨੇ। ਤਰਨਤਾਰਨ ਦਾ ਰੁਖ ਕਰਦੇ ਹਾਂ। ਤਰਨਤਾਰਨ ਦੇ ਵਿੱਚ ਟੋਟਲ ਮਾਮਲੇ ਜਿਹੜੇ ਹੈਗੇ ਨੇ ਉਹਨਾਂ ਦੀ ਗਿਣਤੀ ਪਹੁੰਚ ਚੁੱਕੀ ਹੈ 578। ਅੰਕੜਾ ਤੁਹਾਡੇ ਸਾਹਮਣੇ ਨਿਕਲ ਕੇ ਆਏਗਾ 578। ਉਹਨਾਂ ਦੇ ਵਿੱਚੋਂ 371 ਲੋਕ ਠੀਕ ਹੋ ਗਏ, 180 ਲੋਕ ਹੁਣ ਵੀ ਕੋਰੋਨਾ ਤੋਂ ਪੀੜਤ ਨੇ, 27 ਲੋਕਾਂ ਦੀ ਮੌਤ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੋ ਚੁੱਕੀ ਹੈ। ਬਠਿੰਡਾ ਦਾ ਰੁਖ ਕਰਦੇ ਹਾਂ। ਬਠਿੰਡਾ 'ਚ ਕੀ ਹਾਲ ਹੈ?
ਬਠਿੰਡਾ ਦੇ ਵਿੱਚ ਵੀ ਗਿਣਤੀ ਲਗਾਤਾਰ ਵਧੀ ਹੈ। 1400 ਦੇ ਨੇੜੇ ਕੇਸਿਸ ਪਹੁੰਚ ਚੁੱਕੇ ਨੇ ਤੇ ਇਸ ਸਮੇਂ ਗਿਣਤੀ ਬਠਿੰਡਾ ਦੇ ਵਿੱਚ ਹੋ ਚੁੱਕੀ ਹੈ 1380 1380। ਉਹਨਾਂ ਦੇ ਵਿੱਚੋਂ 734 ਲੋਕ ਠੀਕ ਹੋ ਚੁੱਕੇ ਨੇ, 16 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 630 ਐਕਟਿਵ ਕੇਸ ਬਠਿੰਡਾ ਜ਼ਿਲ੍ਹਾ ਦੇ ਵਿੱਚ ਹੈਗੇ ਨੇ। ਫਤਿਹਗੜ੍ਹ ਸਾਹਿਬ ਦਾ ਰੁਖ ਕਰਦੇ ਹਾਂ। ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਨਵੇਂ ਕੇਸਿਸ ਲਗਾਤਾਰ ਰਿਪੋਰਟ ਹੋ ਰਹੇ ਨੇ। ਗਿਣਤੀ ਪਹੁੰਚ ਚੁੱਕੀ ਹੈ 700 ਤੋਂ ਪਾਰ। 722 ਮਾਮਲੇ ਹੁਣ ਤੱਕ ਰਿਪੋਰਟ ਕੀਤੇ ਗਏ ਨੇ। ਇਹਨਾਂ ਦੇ ਵਿੱਚੋਂ 494 ਲੋਕ ਠੀਕ ਹੋ ਗਏ ਨੇ, ਜਦਕਿ 15 ਲੋਕਾਂ ਦੀ ਮੌਤ ਹੋਈ ਹੈ। 213 ਐਕਟਿਵ ਕੇਸ ਹੁਣ ਵੀ ਹੈਗੇ ਨੇ। ਮੋਗਾ ਦਾ ਰੁਖ ਕਰਦੇ ਹਾਂ। ਮੋਗਾ 'ਚ ਕੀ ਹਾਲ ਹੈ? ਮੋਗਾ 'ਚ ਪੋਜ਼ਿਟਿਵ ਮਾਮਲੇ ਹੈਗੇ ਨੇ 537। ਇਹਨਾਂ ਦੇ ਵਿੱਚੋਂ 11 ਲੋਕਾਂ ਦੀ ਮੌਤ ਹੋਈ ਹੈ, ਜਦਕਿ ਐਕਟਿਵ ਕੇਸ ਹੈਗੇ ਨੇ 348। ਅੱਗੇ ਵਧਦੇ ਹਾਂ ਤੇ ਹੁਣ ਤੁਹਾਨੂੰ ਦਿਖਾਵਾਂਗੇ ਨਵਾਂ ਸ਼ਹਿਰ ਦਾ ਹਾਲ। ਨਵਾਂ ਸ਼ਹਿਰ ਦੇ ਵਿੱਚ ਗਿਣਤੀ 500 ਤੋਂ ਪਾਰ ਤੇ ਟੋਟਲ ਮਾਮਲੇ ਇਸ ਸਮੇਂ ਨਵਾਂ ਸ਼ਹਿਰ ਦੇ ਵਿੱਚ ਹੋ ਚੁੱਕੇ ਨੇ 508 ਟੋਟਲ ਮਾਮਲੇ ਹੋ ਚੁੱਕੇ ਨੇ। ਇਹਨਾਂ ਦੇ ਵਿੱਚੋਂ 363 ਲੋਕ ਠੀਕ ਹੋ ਚੁੱਕੇ ਨੇ, ਜਦਕਿ 12 ਲੋਕਾਂ ਦੀ ਮੌਤ ਹੁਣ ਤੱਕ ਨਵਾਂ ਸ਼ਹਿਰ 'ਚ ਹੋ ਚੁੱਕੀ ਹੈ। 141 ਐਕਟਿਵ ਕੇਸ ਹੁਣ ਵੀ ਹੈਗੇ ਨੇ। ਫਰੀਦਕੋਟ ਦਾ ਰੁਖ ਕਰਦੇ ਹਾਂ। ਫਰੀਦਕੋਟ 'ਚ ਕੀ ਹਾਲ ਹੈ? 646 ਟੋਟਲ ਮਾਮਲੇ, 397 ਇਹਨਾਂ ਦੇ ਵਿੱਚੋਂ ਠੀਕ ਹੋ ਗਏ ਨੇ। ਤਾਂ ਫਰੀਦਕੋਟ ਦੇ ਵਿੱਚ ਇਹ ਵੀ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਾ ਤੁਸੀਂ ਦੇਖ ਰਹੇ ਹੋ। 245 ਐਕਟਿਵ ਕੇਸ ਹੁਣ ਵੀ ਹੈਗੇ ਨੇ। ਮੁਕਤਸਰ ਸਾਹਿਬ ਦਾ ਰੁਖ ਕਰਦੇ ਹਾਂ। ਮੁਕਤਸਰ ਸਾਹਿਬ ਦੇ ਵਿੱਚ ਪੋਜ਼ਿਟਿਵ ਮਾਮਲੇ 500 ਤੋਂ ਪਾਰ ਨੇ। ਨਵੇਂ ਮਾਮਲੇ ਉੱਥੇ ਵੀ ਕੁਝ ਰਿਪੋਰਟ ਕੀਤੇ ਗਏ ਨੇ। 501 ਟੋਟਲ ਮਾਮਲੇ ਹੁਣ ਤੱਕ ਰਿਪੋਰਟ ਹੋ ਚੁੱਕੇ ਨੇ। 311 ਲੋਕ ਇਹਨਾਂ ਦੇ ਵਿੱਚੋਂ ਠੀਕ ਹੋ ਗਏ। 4 ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਨਾਲ ਹੋ ਚੁੱਕੀ ਹੈ ਮੁਕਤਸਰ ਸਾਹਿਬ ਦੇ ਵਿੱਚ। ਇਹ ਵੀ ਤੁਹਾਨੂੰ ਦੱਸ ਦਈਏ ਕਿ ਉੱਥੇ 186 ਐਕਟਿਵ ਕੇਸ ਹੁਣ ਵੀ ਹੈਗੇ ਨੇ। ਬਰਨਾਲਾ ਦਾ ਰੁਖ ਕਰਦੇ ਹਾਂ। ਬਰਨਾਲਾ 'ਚ ਕੀ ਹਾਲ ਹੈ? ਬਰਨਾਲਾ ਦੇ ਵਿੱਚ ਪੋਜ਼ਿਟਿਵ ਮਾਮਲੇ ਹੈਗੇ ਨੇ 718 ਤੇ ਉਹਨਾਂ ਦੇ ਵਿੱਚੋਂ 275 ਲੋਕ ਠੀਕ ਹੋਏ ਨੇ, ਜਦਕਿ 13 ਲੋਕਾਂ ਦੀ ਮੌਤ ਹੋਈ ਹੈ। 430 ਐਕਟਿਵ ਕੇਸ ਇਸ ਜ਼ਿਲ੍ਹੇ ਦੇ ਵਿੱਚ ਹੈਗੇ ਨੇ। ਮਾਨਸਾ ਦਾ ਰੁਖ ਕਰ ਲੈਂਦੇ ਹਾਂ। ਪੋਜ਼ਿਟਿਵ ਮਾਮਲੇ ਮਾਨਸਾ 'ਚ ਕਿੰਨੇ ਨੇ? 296 ਪੋਜ਼ਿਟਿਵ ਮਾਮਲੇ ਮਾਨਸਾ ਦੇ ਵਿੱਚ ਨਿਕਲ ਕੇ ਸਾਹਮਣੇ ਆਏ ਨੇ। ਇਹਨਾਂ ਦੇ ਵਿੱਚੋਂ 172 ਲੋਕ ਠੀਕ ਹੋ ਚੁੱਕੇ ਨੇ, ਜਦਕਿ ਇੱਕ ਸ਼ਖਸ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸ ਹੈਗੇ ਨੇ 123। ਅੱਗੇ ਵਧਦੇ ਹਾਂ ਤੇ ਮੋਹਾਲੀ ਜ਼ਿਲ੍ਹੇ ਦਾ ਵੀ ਹਾਲ ਤੁਹਾਡੇ ਤੱਕ ਪਹੁੰਚਾਵਾਂਗੇ। ਮੋਹਾਲੀ ਦੇ ਵਿੱਚ ਕਰੀਬ 2000 ਦੇ ਨੇੜੇ ਅੰਕੜਾ ਪਹੁੰਚ ਚੁੱਕਿਆ ਹੈ। ਮੋਹਾਲੀ ਦੇ ਵਿੱਚ ਅੰਕੜਾ 2000 ਦੇ ਨੇੜੇ 1990 ਕੇਸਿਸ ਹੁਣ ਤੱਕ ਹੋ ਚੁੱਕੇ ਨੇ। 925 ਲੋਕ ਠੀਕ ਹੋ ਗਏ ਨੇ। ਐਕਟਿਵ ਕੇਸ ਬਹੁਤ ਨੇ ਮੋਹਾਲੀ 'ਚ 1027। 38 ਲੋਕਾਂ ਦੀ ਮੌਤ ਹੁਣ ਤੱਕ ਕੋਰੋਨਾ ਦੀ ਵਜ੍ਹਾ ਨਾਲ ਹੋ ਚੁੱਕੀ ਹੈ। ਪਠਾਨਕੋਟ ਦਾ ਰੁਖ ਕਰ ਲੈਣੇ ਮੋਹਾਲੀ ਤੋਂ ਬਾਅਦ। ਪਠਾਨਕੋਟ ਦੇ ਵਿੱਚ ਟੋਟਲ ਮਾਮਲੇ ਹੁਣ ਤੱਕ ਜਿਹੜੇ ਰਿਪੋਰਟ ਹੋਏ ਨੇ ਹੈਗੇ ਨੇ 786। ਇਹਨਾਂ ਦੇ ਵਿੱਚੋਂ 563 ਲੋਕ ਠੀਕ ਹੋ ਚੁੱਕੇ ਨੇ, ਜਦਕਿ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਠਾਨਕੋਟ ਜ਼ਿਲ੍ਹੇ 'ਚ 205 ਲੋਕ ਹੁਣ ਵੀ ਕੋਰੋਨਾ ਤੋਂ ਪੀੜਤ ਹੈਗੇ ਨੇ। ਪਠਾਨਕੋਟ ਤੋਂ ਬਾਅਦ ਅਸੀਂ ਆਉਂਦੇ ਹਾਂ ਦੁਆਬੇ ਵੱਲ। ਹੁਸ਼ਿਆਰਪੁਰ ਦਾ ਰੁਖ ਕਰਾਂਗੇ। ਹੁਸ਼ਿਆਰਪੁਰ ਦੇ ਵਿੱਚ 900 ਦੇ ਨੇੜੇ ਗਿਣਤੀ ਪਹੁੰਚ ਚੁੱਕੀ ਹੈ। 899 ਹੁਣ ਤੱਕ ਟੋਟਲ ਮਾਮਲੇ ਰਿਪੋਰਟ ਕੀਤੇ ਜਾ ਚੁੱਕੇ ਨੇ। ਹੁਸ਼ਿਆਰਪੁਰ ਜ਼ਿਲ੍ਹੇ ਦਾ ਰੁਖ ਕਰਾਂ ਜਿਵੇਂ 701 ਲੋਕ ਉਹਨਾਂ ਦੇ ਵਿੱਚੋਂ ਠੀਕ ਹੋਏ ਨੇ, ਜਦਕਿ 25 ਲੋਕਾਂ ਦੀ ਮੌਤ ਹੋਈ ਹੈ। ਐਕਟਿਵ ਕੇਸ ਇਸ ਸਮੇਂ ਇਸ ਜ਼ਿਲ੍ਹੇ ਦੇ ਵਿੱਚ ਹੈਗੇ ਨੇ 173। ਰੁਖ ਕਰਾਂਗੇ ਰੋਪੜ ਜ਼ਿਲ੍ਹੇ ਦੀ। ਰੋਪੜ ਦਾ ਵੀ ਮੈਪ ਤੁਹਾਡੇ ਸਾਹਮਣੇ ਆਏਗਾ। ਰੋਪੜ ਦੇ ਵਿੱਚ ਦੇਖੀਏ ਤਾਂ 547 ਮਾਮਲੇ ਹੁਣ ਤੱਕ ਰਿਪੋਰਟ ਹੋਏ ਨੇ। 380 ਲੋਕ ਠੀਕ ਹੋਏ, 10 ਲੋਕਾਂ ਦੀ ਮੌਤ ਹੋਈ ਹੈ। ਐਕਟਿਵ ਹੈਗੇ ਨੇ 157 ਕੇਸ। ਕਪੂਰਥਲਾ ਦੇ ਉੱਤੇ ਇੱਕ ਨਜ਼ਰ। ਕਪੂਰਥਲਾ 'ਚ ਕੀ ਹਾਲ ਹੈ? ਕਪੂਰਥਲਾ ਦੇ ਵਿੱਚ ਟੋਟਲ ਮਾਮਲੇ ਹੁਣ ਤੱਕ ਜਿਹੜੇ ਰਿਪੋਰਟ ਹੋਏ ਨੇ ਉਹ ਹੈਗੇ ਨੇ 649। ਇਹਨਾਂ ਦੇ ਵਿੱਚੋਂ 376 ਲੋਕ ਰਿਕਵਰ ਕਰ ਚੁੱਕੇ ਨੇ। ਐਕਟਿਵ ਕੇਸ ਹੈਗੇ ਨੇ 249, ਜਦਕਿ 24 ਲੋਕਾਂ ਦੀ ਮੌਤ ਹੁਣ ਤੱਕ ਕੋਰੋਨਾ ਦੀ ਵਜ੍ਹਾ ਨਾਲ ਹੋ ਚੁੱਕੀ ਹੈ। ਫਾਜ਼ਿਲਕਾ ਦਾ ਰੁਖ ਕਰ ਲੈਂਦੇ ਕਪੂਰਥਲਾ ਤੋਂ ਬਾਅਦ। ਕੀ ਹਾਲ ਹੈ ਫਾਜ਼ਿਲਕਾ ਦਾ? ਤਾਂ ਫਾਜ਼ਿਲਕਾ ਦੇ ਵਿੱਚ ਵੀ ਨਵੇਂ ਮਾਮਲੇ ਸਾਹਮਣੇ ਆਏ ਨੇ ਤੇ ਗਿਣਤੀ ਵੱਧ ਕੇ 527 ਤੱਕ ਫਾਜ਼ਿਲਕਾ 'ਚ ਪਹੁੰਚ ਚੁੱਕੀ ਹੈ। 363 ਲੋਕ ਠੀਕ ਹੋਏ ਨੇ, 5 ਲੋਕਾਂ ਦੀ ਮੌਤ ਹੋਈ ਹੈ। ਐਕਟਿਵ ਕੇਸ ਹੈਗੇ ਨੇ 193। ਤਾਂ ਇਹ ਸਾਰੇ ਜ਼ਿਲ੍ਹਿਆਂ ਦਾ ਹਾਲ ਸੀ ਤੁਹਾਡੇ ਤੱਕ ਪਹੁੰਚਾਇਆ ਕਿ ਕਿਸ ਰਫ਼ਤਾਰ ਦੇ ਨਾਲ ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਵਧ ਰਹੇ ਨੇ। ਜਿਹੜਾ ਬੁਲੇਟਿਨ ਜਾਰੀ ਕੀਤਾ ਗਿਆ ਸੀ ਕੱਲ ਰਾਤ ਯਾਨੀ ਕਿ ਮੰਗਲਵਾਰ ਰਾਤ ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਕੇਸ ਉਸ ਬੁਲੇਟਿਨ ਦੇ ਵਿੱਚ ਸਾਹਮਣੇ ਆਏ ਸੀ ਜੋ ਰਿਪੋਰਟ ਕੀਤੇ ਗਏ ਸੀ 1700 ਤੋਂ ਜ਼ਿਆਦਾ। ਯਾਨੀ ਕਿ ਚਿੰਤਾ ਇਸ ਸਮੇਂ ਵਧੀ ਹੋਈ ਹੈ ਤੇ ਤੁਹਾਨੂੰ ਇਹਤਿਆਤ ਰੱਖਣੀ ਹੋਵੇਗੀ, ਤੁਹਾਨੂੰ ਸਾਵਧਾਨੀ ਵਰਤਣੀ ਹੋਵੇਗੀ। ਅੱਗੇ ਵਧਦੇ ਤੇ ਹੁਣ ਫਟਾਫਟ ਅੰਦਾਜ਼ ਦੇ ਵਿੱਚ ਦੇਖਾਂਗੇ ਪੰਜਾਬ ਦੀ ਹਰ ਛੋਟੀ ਵੱਡੀ। ਸੁਸ਼ਾਂਤ ਸਿੰਘ ਰਾਜਪੂਤ ਦੇ ਵੱਲੋਂ ਖੁਦਕੁਸ਼ੀ ਮਾਮਲੇ ਦੀ ਜਾਂਚ ਸੀਬੀਆਈ ਕਰੇਗੀ। ਇਹ ਹੁਕਮ ਜਾਰੀ ਕਰਦਿਆਂ ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਜਾਂਚ ਦੇ ਵਿੱਚ ਸਹਿਯੋਗ ਕਰਨ ਦਾ ਨਿਰਦੇਸ਼ ਵੀ ਦਿੱਤਾ। ਸੀਏਏ ਦੀ ਤਰਜ਼ ਤੇ ਅਮਰੀਕਾ ਦੇ ਵਿੱਚ ਅਫਗਾਨੀ ਸਿੱਖ ਹਿੰਦੂਆਂ ਨੂੰ ਵਸਾਉਣ ਦੀ ਮੰਗ ਉੱਠੀ ਹੈ। ਇਸ ਸੰਬੰਧੀ ਅਮਰੀਕੀ ਸੰਸਦ ਦੇ ਨਿਚਲੇ ਸਦਨ ਦੇ ਵਿੱਚ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਦੇ ਵਿੱਚ ਦੋਹਾਂ ਭਾਈਚਾਰਿਆਂ ਨੂੰ ਸੰਕਟ ਦੇ ਵਿੱਚ ਘਿਰੇ ਘੱਟ ਗਿਣਤੀ ਦੱਸਿਆ ਗਿਆ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ। ਪ੍ਰਣਬ ਮੁਖਰਜੀ ਦੇ ਬੇਟੇ ਅਭਿਜੀਤ ਮੁਖਰਜੀ ਨੇ ਇਹ ਜਾਣਕਾਰੀ ਦਿੱਤੀ। ਮੁਖਰਜੀ ਦਿੱਲੀ ਦੇ ਆਰਮੀ ਹਸਪਤਾਲ ਦੇ ਵਿੱਚ ਭਰਤੀ ਨੇ। ਕੋਰੋਨਾ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਮੁਖਰਜੀ ਦੀ ਬ੍ਰੇਨ ਸਰਜਰੀ ਹੋਈ। ਮੋਹਾਲੀ ਦੇ ਖਰੜ ਥਾਣੇ ਦੇ ਕਈ ਪੁਲਿਸ ਕਰਮੀਆਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਬਿਲਡਰ ਜਰਨੈਲ ਬਾਜਵਾ ਨੂੰ ਵੀ ਕੋਰੋਨਾ ਹੋਇਆ। ਬਾਜਵਾ ਪਿਛਲੇ ਕਈ ਦਿਨਾਂ ਤੋਂ ਖਰੜ ਥਾਣੇ ਦੇ ਵਿੱਚ ਬੰਦ ਸੀ। ਮੋਗਾ ਦੇ ਸਰਕਾਰੀ ਹਸਪਤਾਲ ਦੇ ਐਨਆਰਆਈ ਲੋਕਾਂ ਨੇ ਟੈਸਟ ਕਰਵਾਉਣ ਦੇ ਲਈ 3500 ਰੁਪਏ ਵਸੂਲਣ ਦੇ ਇਲਜ਼ਾਮ ਲਗਾਏ ਨੇ। ਇਲਜ਼ਾਮ ਇੱਕ ਡਾਕਟਰ ਤੇ ਨੇ
ਤੇ ਇੱਕ ਏਜੰਟ ਤੇ ਲੱਗੇ ਨੇ। NRI ਦਾ ਕਹਿਣਾ ਹੈ ਕਿ ਹਸਪਤਾਲ ਦੇ ਵਿੱਚ ਇੱਕ ਏਜੰਟ ਦੇ ਵੱਲੋਂ 9 ਲੋਕਾਂ ਦਾ ਟੈਸਟ ਦੇ ਲਈ 31,500 ਰੁਪਏ ਲਏ। ਉਧਰ ਲੁਧਿਆਣਾ ਦੇ ਵਿੱਚ ਸਰਕਾਰੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਰਾਤ 9 ਵਜੇ ਤੋਂ ਬਾਅਦ ਵੀ ਕਈ ਦੁਕਾਨਾਂ ਖੁੱਲੀਆਂ ਰੱਖੀਆਂ, ਜਦਕਿ ਰਾਤ 8 ਵਜੇ ਤੱਕ ਹੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੈ। ਫਿਰੋਜ਼ਪੁਰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਤੋਂ 2 ਕਰੋਨਾ ਪੋਜ਼ਿਟਿਵ ਕੈਦੀ ਫਰਾਰ ਹੋ ਗਏ। ਦੋਹਾਂ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ। ਦੋਵੇਂ ਫਿਰੋਜ਼ਪੁਰ ਅਤੇ ਤਰਨਤਾਰਨ ਦੇ ਰਹਿਣ ਵਾਲੇ। ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋਂ ਦੇ ਵੱਲੋਂ ਨਕਲੀ ਸ਼ਰਾਬ ਮਾਮਲੇ ਤੇ ਪੰਜਾਬ ਸਰਕਾਰ ਨੂੰ ਘੇਰਨ ਦੇ ਮਾਮਲੇ ਤੇ ਕਾਂਗਰਸੀ ਵਰਕਰਾਂ ਨੇ ਦੁੱਲੋਂ ਦੇ ਘਰ ਦਾ ਘਿਰਾਓ ਕੀਤਾ। ਕਾਂਗਰਸ ਦੇ ਸਾਰੇ ਹਲਕੇ ਇੱਕ ਦਿਨ ਦੁੱਲੋਂ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ। ਹਰਿਆਣਾ ਬੀਜੇਪੀ ਨੇ ਆਪਣੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਹੈ। ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਯੋਗਿੰਦਰ ਰਾਣਾ ਨੂੰ ਕਰਨਾਲ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ। ਫਤਿਆਬਾਦ ਦੇ ਵਿੱਚ MP ਸੁਨੀਤਾ ਦੁੱਗਲ ਨੇ ਅਪਾਹਜਾਂ ਨੂੰ 20 ਲੱਖ ਰੁਪਏ ਦੇ ਉਪਕਰਨ ਵੰਡੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਾਹਜਾਂ ਦੇ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ। ਜ਼ਹਿਰੀਲੀ ਸ਼ਰਾਬ ਦਾ ਕਹਿਰ ਲਗਾਤਾਰ ਜਾਰੀ ਹੈ। ਤਰਨਤਾਰਨ ਦੇ ਪੰਡੋਰੀ ਗੋਲਾ ਪਿੰਡ ਜ਼ਹਿਰੀਲੀ ਸ਼ਰਾਬ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 2 ਦੀ ਹਾਲਤ ਗੰਭੀਰ ਬਣੀ। ਬਠਿੰਡਾ ਦੀ ਸੰਗਤ ਮੰਡੀ ਦੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਸ਼ਖਸ ਦੀ ਮੌਤ ਹੋ ਗਈ। ਮ੍ਰਿਤਕ ਦੀ ਵਿਧਵਾ ਮਾਂ ਨੇ ਪੰਜਾਬ ਸਰਕਾਰ ਨੂੰ ਨਸ਼ੇ ਬੰਦ ਕਰਨ ਦੀ ਅਪੀਲ ਕੀਤੀ। ਮਾਨਸਾ ਦੇ ਪਿੰਡ ਪੈਰੋਂ ਦੇ ਵਿੱਚ ਰਜਬਾਹੇ 'ਚ ਪਾੜ ਪੈਣ ਕਾਰਨ ਫਸਲਾਂ ਪਾਣੀ 'ਚ ਡੁੱਬ ਗਈਆਂ। ਪਾਣੀ ਕਾਰਨ ਝੋਨੇ ਦੀ 300 ਏਕੜ ਫਸਲ ਨੁਕਸਾਨੀ ਗਈ। ਕਿਸਾਨਾਂ ਨੇ ਇਸ ਪਾੜ ਦੇ ਲਈ ਨਹਿਰੀ ਵਿਭਾਗ ਨੂੰ ਜ਼ਿੰਮੇਵਾਰ ਦੱਸਿਆ। ਜਲੰਧਰ ਪੁਲਿਸ ਨੇ ਇੱਕ ਘਰ ਤੇ ਛਾਪਾ ਮਾਰ ਕੇ ਨਕਲੀ ਹਾਰਪਿਕ ਬਣਾਉਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਲਾਕਡਾਊਨ ਦੇ ਵਿੱਚ ਮੁਲਜ਼ਮ ਦਾ ਵਿਆਹ ਦੇ ਕਾਰਡ ਬਣਾਉਣ ਦਾ ਕੰਮ ਬੰਦ ਹੋ ਗਿਆ ਸੀ। ਅਜਨਾਲਾ ਦੇ ਕੋਟ ਰਜਾਦਾ ਪਿੰਡ ਦੇ ਵਿੱਚ ਚੋਰਾਂ ਨੇ 5 ਘਰਾਂ ਨੂੰ ਨਿਸ਼ਾਨਾ ਬਣਾਇਆ। ਚੋਰ 12 ਤੋਲੇ ਸੋਨਾ, ਪੈਸੇ, ਲੈਪਟਾਪ ਅਤੇ ਟਰਾਂਸਫਾਰਮਰ ਚੋਰੀ ਕਰਕੇ ਫਰਾਰ ਹੋ ਗਏ। ਕਪੂਰਥਲਾ ਦੇ ਵਿੱਚ ਕੁੱਤਾ ਮਾਰਨ ਵਾਲੇ ਸ਼ਖਸ ਦੇ ਘਰ ਦੇ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਦਰਜਨਾਂ ਕੁੱਤੇ ਰੈਸਕਿਊ ਕੀਤੇ ਗਏ। ਨਾਲ ਹੀ ਪੁਲਿਸ ਨੇ ਗੱਡੀ ਥੱਲੇ ਕੁੱਤਾ ਮਾਰਨ ਵਾਲੇ ਸ਼ਖਸ ਦੇ ਖਿਲਾਫ FIR ਦਰਜ ਕੀਤੀ। ਅੰਮ੍ਰਿਤਸਰ ਦੇ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ EMPLOYEES ਯੂਨੀਅਨ ਨੇ ਪੁਤਲਾ ਘੜੀ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮਟੈਕਸਿਕ ਆਲੂਵਾਲੀਆ ਦੀਆਂ ਨੀਤੀਆਂ ਨੂੰ ਕਰਮਚਾਰੀਆਂ ਦੇ ਖਿਲਾਫ ਦੱਸਿਆ। ਲਾਕਡਾਊਨ ਦੇ ਵਿੱਚ ਨੌਕਰੀ ਤੋਂ ਹਟਾਏ ਗਏ ਨੌਜਵਾਨਾਂ ਨੇ ਫਤਿਆਬਾਦ ਦੇ ਵਿੱਚ DC ਨੂੰ ਮੰਗ ਪੱਤਰ ਸੌਂਪਿਆ। ਨੌਜਵਾਨਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਮੁੜ ਤੋਂ ਨੌਕਰੀ ਦਿੱਤੀ ਜਾਵੇ। ਹਿਮਾਚਲ ਪ੍ਰਦੇਸ਼ ਦੀ ਸਕੂਲ ਪ੍ਰਬੰਧਕ ਕਮੇਟੀ ਵੱਲੋਂ 2613 ਅਧਿਆਪਕਾਂ ਨੂੰ ਹਟਾਇਆ ਗਿਆ ਹੈ। ਅਧਿਆਪਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਮੁੜ ਤੋਂ ਲਗਾਉਣ ਦੇ ਲਈ ਵਿਚਾਰ ਅਰਜੀ ਦਾਖਲ ਕੀਤੀ ਜਾਵੇ। ਚੰਬਾ ਜ਼ਿਲ੍ਹੇ ਦੀ ਪੰਚਾਇਤ ਸਹਾਰਨ ਦੇ ਪਿੰਡ ਸੂਟ ਦੇ ਵਿੱਚ ਇੱਕ ਮੁੰਡੇ ਤੇ ਕੁੜੀ ਦੀ ਲਾਸ਼ ਮਿਲਣ ਦੇ ਨਾਲ ਸਨਸਨੀ ਫੈਲ ਗਈ। ਇਲਜ਼ਾਮ ਹੈ ਕਿ ਮੁੰਡੇ ਨੇ ਕੁੜੀ ਦੀ ਹੱਤਿਆ ਕਰਕੇ ਖੁਦਕੁਸ਼ੀ ਕਰ ਲਈ ਹੈ। ਹਿਸਾਰ ਦੇ ਪਿੰਡ ਬਰਵਾਲਾ ਦੇ ਵਿੱਚ ਇੱਕ ਸ਼ਖਸ ਨੇ ਆਪਣੀ ਪਤਨੀ ਦੀ ਹੱਤਿਆ ਕਰਕੇ ਖੁਦਕੁਸ਼ੀ ਕਰ ਲਈ। ਇਲਜ਼ਾਮ ਹੈ ਕਿ ਪਿੰਡ ਦੇ 2 ਮੁੰਡਿਆਂ ਨੇ ਮਹਿਲਾ ਦੇ ਨਾਲ ਬਲਾਤਕਾਰ ਕੀਤਾ ਸੀ, ਜਿਸ ਤੋਂ ਬਾਅਦ ਪਤੀ ਨੇ ਇਹ ਖੌਫਨਾਕ ਕਦਮ ਚੁੱਕਿਆ। ਮਹਿੰਦਰਗੜ੍ਹ ਦੇ ਪਿੰਡ ਦਿਵਾਸ ਦੇ ਵਿੱਚ ਅਧਿਆਪਕ ਦੇ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਸੁਸਾਈਡ ਨੋਟ ਦੇ ਆਧਾਰ ਤੇ ਸਕੂਲ ਦੀ ਪ੍ਰਿੰਸੀਪਲ ਦੇ ਖਿਲਾਫ ਮਾਮਲਾ ਦਰਜ ਕੀਤਾ। ਕਰਨਾਲ ਨੈਸ਼ਨਲ ਹਾਈਵੇ ਤੇ ਪਿੱਛੇ ਤੋਂ ਆਈ ਇਨੋਵਾ ਕਾਰ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਕਾਰ ਦਿੱਲੀ ਤੋਂ ਨਵਾਂ ਸ਼ਹਿਰ ਜਾ ਰਹੀ ਸੀ। ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾ ਰਹੀ ਹੈ। ਪੰਚਕੂਲਾ ਦੇ ਸੈਕਟਰ 14 ਦੀ ਪੁਲਿਸ ਨੇ ਨਾਬਾਲਗ ਦੇ ਨਾਲ ਬਲਾਤਕਾਰ ਦੇ ਇਲਜ਼ਾਮਾਂ ਦੇ ਵਿੱਚ ਇੱਕ ਸ਼ਖਸ ਨੂੰ ਕਾਬੂ ਕੀਤਾ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮੁਲਜ਼ਮ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਪੰਚਕੂਲਾ ਦੇ ਸੈਕਟਰ 19 ਦੀ ਪੁਲਿਸ ਨੇ ਇੱਕ ਮਹਿਲਾ ਤੋਂ ਆਈਫੋਨ ਖੋਹਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪੰਚਕੂਲਾ ਸੈਕਟਰ 16 ਦੇ ਰਹਿਣ ਵਾਲੇ ਵਰਿੰਦਰ ਕੁਮਾਰ ਵਜੋਂ ਹੋਈ ਹੈ, ਜਿਸ ਨੂੰ ਅਦਾਲਤ ਨੇ 1 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ। ਗੋਹਾਣਾ ਦੇ ਮੁਗਲਪੁਰਾ ਇਲਾਕੇ ਦੇ ਵਿੱਚ ਦੁੱਧ ਵਿਕਰੇਤਾ ਤੋਂ 7 ਲੱਖ ਰੁਪਏ ਲੁੱਟਣ ਦੇ ਮਾਮਲੇ 'ਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਦੋਵੇਂ ਪੀੜਤ ਕੋਲ ਹੀ ਨੌਕਰੀ ਕਰਦੇ ਸਨ। ਮੁਲਜ਼ਮਾਂ ਨੇ ਬੰਦੂਕ ਦੀ ਨੋਕ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਹਰਿਆਣਾ 'ਚ ਪੈਂਦੇ ਮਹਿੰਦਰਗੜ੍ਹ ਦੇ ਪਿੰਡ ਟੌਂਗੜਾ ਅਹੀਰ ਦੇ ਵਿੱਚ 14 ਸਾਲਾ ਕੁੜੀ ਦੀ ਨੋਇਡਾ ਗੁਰੂਕੁਲ ਦੇ ਵਿੱਚ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋ ਗਈ। ਲੋਕਾਂ ਨੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ SDM ਨੂੰ ਮੰਗ ਪੱਤਰ ਸੌਂਪਿਆ। ਚੰਬਾ ਦੇ ਕੋਵਿਡ ਸੈਂਟਰ ਦੇ ਵਿੱਚ ਕੋਰੋਨਾ ਪੋਜ਼ਿਟਿਵ ਮਰੀਜ਼ ਸ਼ਰਾਬ ਪੀਂਦੇ ਦੀ ਇੱਕ ਤਸਵੀਰ ਵਾਇਰਲ ਹੋਈ ਹੈ। ਮਰੀਜ਼ ਆਪਣੇ ਸਮਾਨ ਦੇ ਨਾਲ ਹੀ ਸ਼ਰਾਬ ਲੈ ਕੇ ਗਿਆ ਸੀ। ਸੀਨੀਅਰ ਮੈਡੀਕਲ ਅਫਸਰ ਨੇ ਜਾਂਚ ਦੇ ਹੁਕਮ ਦਿੱਤੇ। ਕੋਟਪੁਰਾ ਦੇ ਵਿੱਚ ਪੁਲਿਸ ਨੇ ਵਿਲੱਖਣ ਢੰਗ ਦੇ ਨਾਲ ਕੋਰੋਨਾ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ। ਪੁਲਿਸ ਅਧਿਕਾਰੀ ਬੈਂਡ ਬਾਜੇ ਲੈ ਕੇ ਸ਼ਹਿਰ ਦੇ ਪਾਰਕਾਂ ਦੇ ਵਿੱਚ ਪਹੁੰਚੇ, ਲੋਕਾਂ ਨੂੰ ਸਰਕਾਰੀ ਨਿਯਮ ਮੰਨਣ ਦੇ ਲਈ ਪ੍ਰੇਰਿਤ ਕੀਤਾ। ਉਧਰ ਫਰੀਦਕੋਟ ਦੇ ਵਿੱਚ ਪੁਲਿਸ ਨੇ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਕੋਰੋਨਾ ਦੇ ਪ੍ਰਤੀ ਜਾਗਰੂਕ ਕੀਤਾ। ਪੁਲਿਸ ਨੇ ਲੋਕਾਂ ਨੂੰ ਕੋਰੋਨਾ ਦੀਆਂ ਹਦਾਇਤਾਂ ਮੰਨਣ ਦੇ ਅਤੇ ਕੋਰੋਨਾ ਦੇ ਖਿਲਾਫ ਜੰਗ ਦੇ ਵਿੱਚ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ।
ਗੁਰਦਾਸਪੁਰ ਦੇ ਵਿੱਚ ਸੜਕ ਤੇ ਟਾਲੀ ਦਾ ਦਰਖਤ ਡਿੱਗ ਗਿਆ, ਜਿਸ ਕਾਰਨ 5 ਮੋਟਰਸਾਈਕਲ ਅਤੇ 2 ਕਾਰਾਂ ਨੂੰ ਨੁਕਸਾਨ ਹੋਇਆ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਲਿਆ। ਗੁਰੂਗ੍ਰਾਮ ਦੇ ਵਿੱਚ ਮੀਂਹ ਲੋਕਾਂ ਦੇ ਲਈ ਆਫਤ ਬਣ ਗਿਆ। ਅੰਡਰਪਾਸ ਦੇ ਵਿੱਚ ਕਈ ਫੁੱਟ ਪਾਣੀ ਭਰ ਗਿਆ ਤੇ ਗੋਲਫ ਕੋਰਸ ਤੇ ਮੀਂਹ ਦੇ ਪਾਣੀ ਦੇ ਵਿੱਚ ਇੱਕ ਕਾਰ ਪੂਰੀ ਤਰ੍ਹਾਂ ਡੁੱਬ ਗਈ। ਕਾਰ ਸਵਾਰ ਲੋਕਾਂ ਨੂੰ ਬਚਾ ਲਿਆ। ਜਲੰਧਰ ਦੇ ਵਿੱਚ ਪੈ ਰਹੇ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਹੈ। ਮੀਂਹ ਪੈਣ ਦੇ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਉਧਰ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਵੀ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ। ਮੀਂਹ ਕਰਕੇ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ ਤੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ, ਜਿਸ ਕਾਰਨ ਚੰਡੀਗੜ੍ਹ ਦੇ ਵਿੱਚ ਧੋਨੀ ਦੇ ਪ੍ਰਸ਼ੰਸਕ ਨਿਰਾਸ਼ ਨੇ। ਪ੍ਰਸ਼ੰਸਕਾਂ ਮੁਤਾਬਕ ਧੋਨੀ ਨੂੰ ਇੱਕ ਫੇਅਰਵੈਲ ਮੈਚ ਦੇਣਾ ਚਾਹੀਦਾ ਸੀ। ਹਿਮਾਚਲ ਦੇ ਜਵਾਲੀ ਇਲਾਕੇ ਦੇ ਪਿੰਡ ਦਰਗਾਟੀ ਦੇ ਵਿੱਚ ਰਹਿਣ ਵਾਲੀ ਕਾਵਿਆ ਭਾਵੇਂ ਦਿਵਿਆਂਗ ਹੈ, ਪਰ ਉਸ ਦਾ ਹੌਸਲਾ ਬੁਲੰਦ ਹੈ। ਕਾਵਿਆ ਨੇ ਮੋਬਾਈਲ ਤੇ ਪੜ੍ਹਨਾ ਸਿੱਖਿਆ ਤੇ ਹੁਣ ਉਸ ਦੀਆਂ ਕਵਿਤਾਵਾਂ ਕਈ ਮੈਗਜ਼ੀਨ ਦੇ ਵਿੱਚ ਛਪ ਰਹੀਆਂ। 4 ਸਤੰਬਰ ਤੋਂ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਰਹੀ ਹੈ। ਹਰ ਸਾਲ ਮਈ ਦੇ ਵਿੱਚ ਹੋਣ ਵਾਲੀ ਇਹ ਯਾਤਰਾ ਇਸ ਵਾਰ ਕੋਰੋਨਾ ਕਾਰਨ ਲੇਟ ਸ਼ੁਰੂ ਹੋਵੇਗੀ। ਉੱਤਰਾਖੰਡ ਸਰਕਾਰ ਨੇ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਦੁਨੀਆ ਭਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ, ਜੋ ਰਾਮਸਰ ਸਾਹਿਬ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਸੰਪੰਨ ਹੋਇਆ। ਇਸ ਮੌਕੇ ਦਰਬਾਰ ਸਾਹਿਬ ਦੇ ਵਿੱਚ ਫੁੱਲਾਂ ਦੇ ਨਾਲ ਵਿਸ਼ੇਸ਼ ਸਜਾਵਟ ਕੀਤੀ ਗਈ। ਇਸੇ ਤਰ੍ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸ਼ਰਧਾ ਦੇ ਨਾਲ ਮਨਾਇਆ ਗਿਆ। ਸੰਗਤ ਨੇ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦਾ ਆਸ਼ੀਰਵਾਦ ਹਾਸਲ ਕੀਤਾ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਾਂਗੇ। ਗੱਲ ਹੋਵੇਗੀ ਸੁਸ਼ਾਂਤ ਸਿੰਘ ਰਾਜਪੂਤ ਦੀ। ਜੀ ਹਾਂ, ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਸੁਪਰੀਮ ਕੋਰਟ ਦੇ ਵੱਲੋਂ ਸੀਬੀਆਈ ਨੂੰ ਸੌਂਪਣ ਦਾ ਫੈਸਲਾ ਲਿਆ ਗਿਆ ਹੈ। ਸੀਬੀਆਈ ਸੁਸ਼ਾਂਤ ਸਿੰਘ ਰਾਜਪੂਤ ਦੇ ਕੇਸ ਦੀ ਜਾਂਚ ਕਰੇਗੀ। ਮਹਾਰਾਸ਼ਟਰ ਸਰਕਾਰ ਨੂੰ ਸਹਿਯੋਗ ਦੇ ਨਿਰਦੇਸ਼ ਵੀ ਦਿੱਤੇ ਗਏ ਨੇ। ਸੁਪਰੀਮ ਕੋਰਟ ਦੇ ਵੱਲੋਂ ਸੀਬੀਆਈ ਨੂੰ ਦਸਤਾਵੇਜ਼ ਸੌਂਪੇ ਜਾਣ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ। ਸੁਪਰੀਮ ਕੋਰਟ ਨੇ ਬਿਹਾਰ ਪੁਲਿਸ ਦੀ FIR ਨੂੰ ਵੀ ਸਹੀ ਦੱਸਿਆ ਹੈ। एक लड़ाई हम लड़ रहे हैं 2 महीने से ज़्यादा से सुशांत को जस्टिस दिलाने के लिए, उनके परिवार को जस्टिस दिलाने के लिए, और इतने अड़चने आ रही थी, इतने बाधाएं पड़ रही थी। मुंबई पुलिस ने इसको दिशा बिल्कुल गलत दिशा दे रखा था, और आज सुप्रीम कोर्ट ने बड़ा स्पष्ट शब्दों में कह दिया है कि मुंबई पुलिस ने जो भी इन्वेस्टिगेशन किया उसका बड़ा लिमिटेड दायरा था, उसमें कोई इन्वेस्टिगेशन नहीं था। कोर्ट ने यह भी कह दिया है कि पटना पुलिस में FIR रजिस्टर करने की अब बिल्कुल जुरिस्डिक्शन था। कोर्ट ने यह भी कह दिया है कि बिहार सरकार CBI को रेफर कर सकता था मामले को। लेकिन इन सब के बावजूद कोर्ट ने सबसे बड़ी बात यह कह दी है कि इस CBI इन्वेस्टिगेशन को हम अपने कोर्ट का भी स्टैंप दे रहे हैं, और कोर्ट की तरफ से भी कह रहे हैं कि ये CBI से ही होनी चाहिए। और उसमें कोर्ट ने अपने तरफ से और भी ऐड कर दिया है कि कोई भी मामला जो सुशांत सिंह राजपूत से जुड़ा है, अगर कोई FIR दर्ज होता है, वो FIR दर्ज भी, वो इन्वेस्टिगेशन भी CBI ही करेगी। तो इसलिए बहुत ही अहम फैसला है। महाराष्ट्र सरकार ने कहा कि हमको वो राइट रिटेन करने दीजिए जिसमें कि हम इस CBI के रेफरेंस को, बिहार सरकार द्वारा CBI के रेफरेंस को हम चैलेंज कर सकें। कोर्ट ने कहा है कि बिल्कुल हम वो पावर नहीं देंगे, बिल्कुल आपको वो राइट नहीं देंगे, क्योंकि हमने जब कोर्ट का पावर इस्तेमाल कर लिया है और कह दिया है कि ये इन्वेस्टिगेशन CBI द्वारा ही होनी चाहिए, तो महाराष्ट्र सरकार को चैलेंज करने का कोई अधिकार इसमें नहीं बनता है। ये अन्याय के विरुद्ध न्याय की जीत है। ये 130 करोड़ भारतीयों के भावनाओं की जीत है। और मैं ये बता देता हूँ, माननीय सर्वोच्च न्यायालय ने जो ये फैसला दिया है, उससे 130 करोड़ देश की जनता के दिल में माननीय सर्वोच्च न्यायालय के लिए जो आस्था पहले से थी, वो और ज्यादा दृढ़ हुई है। लोकतंत्र में विश्वास दृढ़ हुआ है, और अब लोगों के अंदर ये उम्मीद बनी है कि सुशांत सिंह राजपूत के मामले में निश्चित रूप से न्याय होगा। हमको अनुसंधान नहीं करने दिया जा रहा था, और हमने अपने IPS अफसर को भेजा, उसको कैदी की तरह रात में 12 बजे क्वारंटाइन कर दिया गया।
उसी से लोगों को लग रहा था कि कोई न कोई गड़बड़ है। हम लोगों ने जो भी काम किया कानूनी रूप से, संवैधानिक रूप से सही। ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਸਰਕਾਰ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਹੁਣ ਵਾਹਨਾਂ ਤੇ ਹਾਈ ਸਿਕਿਉਰਿਟੀ ਨੰਬਰ ਪਲੇਟ ਲਾਜ਼ਮੀ ਕਰ ਦਿੱਤੀ ਗਈ ਹੈ। ਯਾਨੀ ਜੇਕਰ ਅਕਤੂਬਰ ਦੇ ਵਿੱਚ ਤੁਹਾਡੇ ਵਾਹਨ ਦੇ ਉੱਤੇ ਹਾਈ ਸਿਕਿਉਰਿਟੀ ਨੰਬਰ ਪਲੇਟ ਨਾ ਹੋਈ ਤਾਂ ਤੁਹਾਨੂੰ ਭਾਰੀ ਜੁਰਮਾਨਾ ਦੇਣਾ ਹੋਵੇਗਾ। ਕਾਰ ਜਾਂ ਸਕੂਟਰ ਮੋਟਰਸਾਈਕਲ ਤੇ ਅਕਤੂਬਰ ਮਹੀਨੇ ਤੋਂ ਹਾਈ ਸਿਕਿਉਰਿਟੀ ਨੰਬਰ ਪਲੇਟ ਹੋਣਾ ਲਾਜ਼ਮੀ ਹੈ। ਇਸੇ ਦੇ ਮੱਦੇਨਜ਼ਰ ਫਿਰੋਜ਼ਪੁਰ ਵਿੱਚ ਨੰਬਰ ਪਲੇਟਾਂ ਸੰਬੰਧੀ ਆਰਟੀਏ ਦਫ਼ਤਰ ਵਿੱਚ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਆਰਟੀਏ ਗੁਰਚਰਨ ਸਿੰਘ ਸੰਧੂ ਮੁਤਾਬਿਕ ਕਾਰ ਤੇ ਨਵੀਂ ਨੰਬਰ ਪਲੇਟ ਲਾਉਣ ਲਈ 514 ਰੁਪਏ ਅਤੇ ਮੋਟਰਸਾਈਕਲ ਲਈ 172 ਰੁਪਏ ਸਰਕਾਰੀ ਫੀਸ ਰੱਖੀ ਗਈ ਹੈ ਅਤੇ ਫੀਸ ਭਰਨ ਦੇ 2 ਦਿਨ ਬਾਅਦ ਹੀ ਵਿਭਾਗ ਵੱਲੋਂ ਨੰਬਰ ਪਲੇਟ ਲਾ ਦਿੱਤੀ ਜਾਂਦੀ ਹੈ। देखो हाई सिक्योरिटी रजिस्ट्रेशन प्लेट के संबंध में मैं जरूर कहूँगा कि ये सुरक्षा के लिए आम लोगों की सुरक्षा के लिए हाई सिक्योरिटी रजिस्ट्रेशन प्लेट्स बनाउणियां जिहड़ियां बहुत जरूरी है। मानयोग पंजाब सरकार दी हदायतों के मुताबिक हर एक आरटीए ऑफिस के जिहड़े हैगे आ हाई सिक्योरिटी रजिस्ट्रेशन प्लेट्स जिहड़ियां हैगियां वो लाईयां जांदियां ने। ਜੇਕਰ ਤੁਹਾਡੇ ਕੋਲ ਸਮੇਂ ਦੀ ਕਮੀ ਹੈ ਤਾਂ ਵਿਭਾਗ ਵੱਲੋਂ ਤੁਹਾਨੂੰ ਇਸ ਹਾਈ ਸਿਕਿਉਰਿਟੀ ਨੰਬਰ ਪਲੇਟ ਘਰ ਬੈਠੇ ਵੀ ਉਪਲਬਧ ਕਰਵਾਈ ਜਾਏਗੀ। ਉਸ ਦੇ ਲਈ ਤੁਹਾਨੂੰ ਆਨਲਾਈਨ ਅਪਲਾਈ ਕਰਨਾ ਹੋਏਗਾ ਅਤੇ ਤੁਹਾਨੂੰ ਸਿਰਫ 170 ਰੁਪਏ ਵਾਧੂ ਦੇਣੇ ਹੋਣਗੇ। ਨੰਬਰ ਪਲੇਟ ਜਿਹੜੀਆਂ ਹੈਗੀਆਂ ਜੇ ਕੋਈ ਸੱਜਣ ਦਫ਼ਤਰ ਦੇ ਵਿੱਚ ਨਹੀਂ ਆ ਸਕਦਾ ਗੱਡੀ ਦੇ ਲਾਉਣ ਵਾਸਤੇ ਤਾਂ ਅਸੀਂ ਉਹਦੇ ਘਰ ਜਾ ਕੇ ਜਿੱਥੇ ਉਹ ਕਹੇਗਾ ਕਿ ਇਸ ਜਗ੍ਹਾ ਤੇ ਜਾ ਕੇ ਮੇਰੀਆਂ ਗੱਡੀ ਦੇ ਨੰਬਰ ਪਲੇਟ ਲਾਈਆਂ ਜਾਣ ਤਾਂ ਅਸੀਂ ਉਹਨਾਂ ਦੇ ਘਰ ਜਾ ਕੇ ਵੀ ਜਿਹੜੇ ਹੈਗੇ ਨੰਬਰ ਪਲੇਟਸ ਗੱਡੀ ਦੇ ਅਸੀਂ ਜਾ ਕੇ ਚੈੱਕ ਕਰਕੇ ਆਵਾਂਗੇ। ਔਰ ਇਹ ਵੱਖਰੀ ਗੱਲ ਹੈ ਕਿ ਉਸ ਦੇ 177 ਰੁਪਏ ਉਹਦੀ ਵੱਖਰੀ ਉਹਦੀ ਫੀਸ ਹੋਏਗੀ ਜਿਹੜੀ ਅਸੀਂ ਘਰ ਜਾ ਕੇ ਉਹਦੇ ਲਾਵਾਂਗੇ, ਉਹਨੂੰ ਵੱਖਰੀ ਪੇ ਕਰਨੀ ਪਏਗੀ। ਜ਼ਿਕਰਯੋਗ ਹੈ ਕਿ ਅਕਤੂਬਰ ਮਹੀਨੇ ਤੋਂ ਵਾਹਨਾਂ ਦੀ ਅਸਥਾਈ ਤੌਰ ਤੇ ਰਜਿਸਟ੍ਰੇਸ਼ਨ ਲਈ ਨੰਬਰ ਪਲੇਟ ਪੀਲੀ ਹੋਵੇਗੀ ਅਤੇ ਇਸ ਤੇ ਲਾਲ ਰੰਗ ਵਿੱਚ ਨੰਬਰ ਅਤੇ ਅੱਖਰ ਲਿਖੇ ਹੋਣਗੇ। ਇਸ ਦੇ ਨਾਲ ਹੀ ਡੀਲਰਸ਼ਿਪਾਂ ਤੇ ਮੌਜੂਦ ਵਾਹਨਾਂ ਤੇ ਲਾਲ ਰੰਗ ਦੀਆਂ ਨੰਬਰ ਪਲੇਟਾਂ ਲੱਗਣਗੀਆਂ ਅਤੇ ਚਿੱਟੇ ਰੰਗ ਵਿੱਚ ਅੱਖਰ ਤੇ ਨੰਬਰ ਲਿਖੇ ਜਾਣਗੇ। ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨਾ ਗੈਰ ਕਾਨੂੰਨੀ ਹੋਏਗਾ ਅਤੇ ਘੱਟੋ ਘੱਟ ਤੁਹਾਨੂੰ 2000 ਰੁਪਏ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਫਿਰੋਜ਼ਪੁਰ ਤੋਂ ਮਨਦੀਪ ਕੁਮਾਰ ਦੇ ਨਾਲ ਬਿਊਰੋ ਰਿਪੋਰਟ ਨਿਊਜ਼ 18।